ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਜੀਓਗ੍ਰਾਫੀ ਦਾ ਪਾਰਟ 10 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ ਜੀਓਗ੍ਰਾਫੀ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਨੇ ਉਹ ਡਿਸਕਸ ਕਰਾਂਗੇ, ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਜੀਓਗ੍ਰਾਫੀ ਦੇ 9 ਪਾਰਟ ਆਪਣੇ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਕੁਐਸਚਨ ਡਿਸਕਸ ਕੀਤੇ ਨੇ। ਜੇਕਰ ਉਹ 9 ਪਾਰਟ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ। ਪੰਜਾਬ ਜੀਕੇ, ਮਾਡਰਨ ਹਿਸਟਰੀ, ਪੋਲਿਟੀ, ਜੋਗ੍ਰਾਫੀ ਅਤੇ ਇੱਕ ਆਪਣੀ CDP ਦੀ ਸਪੈਸ਼ਲ ਸੀਰੀਜ਼ ਉਹ ਵੀ ਉੱਥੇ ਮੌਜੂਦ ਹੈ। ਸਾਰਿਆਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ, ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਅੱਜ ਦਾ ਜੋ ਆਪਣਾ ਸੈਸ਼ਨ ਹੈ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ। ਇਹਦੇ ਵਿੱਚ ਆਪਾਂ ਆਪਣੇ ਕੌਂਟੀਨੈਂਟ ਕਰਾਂਗੇ, ਜਿਹਨੂੰ ਆਪਾਂ ਮਹਾਂਦੀਪ ਬੋਲਦੇ ਹਾਂ ਪੰਜਾਬੀ ਦੇ ਵਿੱਚ। ਤਾਂ ਜਿੰਨੇ ਆਪਣੇ ਕੌਂਟੀਨੈਂਟ ਨੇ ਉਹ ਆਪਾਂ ਸਾਰੇ ਕਵਰ ਕਰਾਂਗੇ। ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ, ਕਿਸੇ ਵੀ ਕੁਐਸਚਨ ਨੂੰ ਮਿਸ ਨਾ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਆਪਣੀ ਅੱਜ ਦੀ ਵੀਡੀਓ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਪਹਿਲਾ ਆਪਣਾ ਜਿਹੜਾ ਕੁਐਸਚਨ ਹੈ ਉਹ ਹੈ, ਵਿਸ਼ਵ ਵਿੱਚ ਕੁੱਲ ਕਿੰਨੇ ਮਹਾਂਦੀਪ ਹਨ? ਹਾਊ ਮੈਨੀ ਕੌਂਟੀਨੈਂਟ ਇਨ ਦੀ ਵਰਲਡ? 5, 6, 7 ਜਾਂ 8? ਤਾਂ ਜੋਗ੍ਰਾਫੀ ਦੇ ਵਿੱਚੋਂ ਤੁਹਾਨੂੰ ਇਸ ਟੌਪਿਕ ਦੇ ਵਿੱਚੋਂ ਕੁਐਸਚਨ ਆ ਸਕਦੇ ਨੇ, ਕਿਉਂਕਿ ਬਹੁਤ ਇੰਪੋਰਟੈਂਟ ਟੌਪਿਕ ਹੈ ਇਹ, ਠੀਕ ਹੈ। ਅਤੇ ਇਹਦੇ ਵਿੱਚੋਂ ਕੁਐਸਚਨ ਰਿਪੀਟ ਹੁੰਦੇ ਰਹਿੰਦੇ ਨੇ ਇਹ ਟੌਪਿਕ ਦੇ ਵਿੱਚੋਂ, ਅਤੇ ਆਪਾਂ ਨੂੰ ਇੱਕ ਇੱਕ ਮਹਾਂਦੀਪ ਬਾਰੇ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਅਤੇ ਆਪਾਂ ਸਿਰਫ ਉਹ ਕੁਐਸਚਨ ਤੁਹਾਡੇ ਅੱਗੇ ਰੱਖਦੇ ਹਾਂ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਆਉਣ ਦੀ ਪੂਰੀ ਸੰਭਾਵਨਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3। 7 ਮਹਾਂਦੀਪ ਨੇ ਆਪਣੇ ਟੋਟਲ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। 7 ਕੌਂਟੀਨੈਂਟ ਨੇ ਆਪਣੇ। ਉਹ ਕਿਹੜੇ ਨੇ ਨੀਚੇ ਮੈਂ ਮੈਂਸ਼ਨ ਕੀਤੇ ਨੇ। ਇੱਕ ਤਾਂ ਹੈਗਾ ਏਸ਼ੀਆ, ਅਫਰੀਕਾ, ਸਾਊਥ ਅਮੈਰੀਕਾ, ਨਾਰਥ ਅਮੈਰੀਕਾ, ਅੰਟਾਰਕਟਿਕਾ, ਯੂਰਪ ਅਤੇ ਆਸਟ੍ਰੇਲੀਆ, ਠੀਕ ਹੈ ਜੀ। ਅਤੇ ਆਸਟ੍ਰੇਲੀਆ ਨੂੰ ਓਸ਼ੀਆਨਾ ਵੀ ਕਿਹਾ ਜਾਂਦਾ ਹੈ, ਠੀਕ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਤਾਂ ਹੈਗਾ ਆਪਣਾ ਏਸ਼ੀਆ, ਅਫਰੀਕਾ, ਸਾਊਥ ਅਮੈਰੀਕਾ, ਨਾਰਥ ਅਮੈਰੀਕਾ, ਅੰਟਾਰਕਟਿਕਾ, ਯੂਰਪ ਅਤੇ ਆਸਟ੍ਰੇਲੀਆ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ 7 ਮਹਾਂਦੀਪ ਆਪਣੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਸ਼ਵ ਦਾ ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ? ਵਿਚ ਇਜ਼ ਦੀ ਲਾਰਜੈਸਟ ਕੌਂਟੀਨੈਂਟ ਇਨ ਦੀ ਵਰਲਡ? ਏਸ਼ੀਆ, ਯੂਰਪ, ਉੱਤਰੀ ਅਮਰੀਕਾ ਜਾਂ ਆਸਟ੍ਰੇਲੀਆ? ਤਾਂ ਇਹ ਜਿਹੜੇ ਕੁਐਸਚਨ ਨੇ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ, ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਅਟੈਂਪਟ ਕਰਿਓ, ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਏਸ਼ੀਆ ਮਹਾਂਦੀਪ ਆਪਣਾ ਸਭ ਤੋਂ ਵੱਡਾ ਹੈ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਹੜਾ ਵਿਸ਼ਵ ਦਾ ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ, ਉਹ ਹੈ ਏਸ਼ੀਆ, ਠੀਕ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ, ਵਿਸ਼ਵ ਦਾ ਸਭ ਤੋਂ ਛੋਟਾ ਮਹਾਂਦੀਪ ਕਿਹੜਾ ਹੈ? ਵਿਚ ਇਜ਼ ਦੀ ਸਮਾਲੈਸਟ ਕੌਂਟੀਨੈਂਟ ਇਨ ਦੀ ਵਰਲਡ? ਏਸ਼ੀਆ, ਯੂਰਪ, ਉੱਤਰੀ ਅਮੈਰੀਕਾ ਅਤੇ ਆਸਟ੍ਰੇਲੀਆ? ਇਹ ਜਿਹੜੀਆਂ ਆਪਣੀਆਂ ਵੀਡੀਓਜ਼ ਨੇ ਤੁਹਾਨੂੰ SST ਦੇ ਵਿੱਚ ਬਹੁਤ ਫਾਇਦਾ ਦੇਣਗੀਆਂ। PSTET ਦੀ ਜੇ ਤੁਸੀਂ SST ਦੀ ਤਿਆਰੀ ਕਰ ਰਹੇ ਹੋ ਤਾਂ ਆਪਣੇ ਪੋਲਿਟੀ, ਮਾਡਰਨ ਹਿਸਟਰੀ ਅਤੇ ਜੋਗ੍ਰਾਫੀ ਦੇ ਬੈਚ ਜ਼ਰੂਰ ਅਟੈਂਡ ਕਰਿਓ। ਇਹਨਾਂ ਦੇ ਵਿੱਚੋਂ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ, ਤੁਹਾਡਾ ਬਹੁਤ ਫਾਇਦਾ ਹੋਊਗਾ, ਠੀਕ ਹੈ ਜੀ। ਤਾਂ ਇਹ ਤਿੰਨੋਂ ਤੁਸੀਂ ਆਪਣੇ ਬੈਚ ਅਟੈਂਡ ਕਰਿਓ। ਅਤੇ ਆਉਣ ਵਾਲੇ ਸਾਰੇ ਪੇਪਰ ਜਿੰਨੇ ਵੀ ਪੰਜਾਬ ਦੇ ਹੋਣਗੇ, PSSB ਕਲਰਕ, ਵੀਡੀਓ, ਪਟਵਾਰੀ, ਜਿੰਨੇ ਵੀ ਪੇਪਰ ਪੰਜਾਬ ਦੇ ਹੋਣਗੇ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਵਿੱਚ ਵੀ ਆਪਣੀਆਂ ਵੀਡੀਓਜ਼ ਤੁਹਾਨੂੰ ਬਹੁਤ ਫਾਇਦਾ ਦੇਣਗੀਆਂ, ਠੀਕ ਹੈ ਜੀ। ਕਿਉਂਕਿ ਸਾਰੇ ਪੇਪਰਾਂ ਦੇ ਵਿੱਚ ਇੱਥੋਂ ਹੀ ਕੁਐਸਚਨ ਜਿਹੜੇ ਇਹ ਟੌਪਿਕਸ ਦੇ ਵਿੱਚੋਂ ਹੀ ਪੁੱਛੇ ਜਾਂਦੇ ਨੇ, ਠੀਕ ਹੈ। ਤਾਂ ਆਪਾਂ ਸਾਰੇ ਜਿਹੜੇ ਟੌਪਿਕ ਹੈ ਉਹ ਕਵਰ ਕੀਤੇ ਹੋਏ ਨੇ ਅਤੇ ਆਪਾਂ ਕਰ ਵੀ ਰਹੇ ਹਾਂ। ਆਉਣ ਵਾਲੇ ਸਾਰੇ ਟੌਪਿਕ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲੇ ਨੇ, ਸਾਰੇ ਅਟੈਂਡ ਕਰਿਓ। ਅਤੇ ਪੰਜਾਬ GK ਆਪਣੀ ਜ਼ਰੂਰ ਲਾ ਕੇ ਜਾਇਓ, ਪੰਜਾਬ GK ਦੇ ਵਿੱਚੋਂ ਤੁਹਾਨੂੰ ਬਹੁਤ ਕੁਐਸਚਨ ਦੇਖਣ ਨੂੰ ਮਿਲਣਗੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4, ਆਸਟ੍ਰੇਲੀਆ, ਠੀਕ ਹੈ ਜੀ। ਤਾਂ ਸਭ ਤੋਂ ਛੋਟਾ ਮਹਾਂਦੀਪ ਕਿਹੜਾ ਹੈ? ਆਸਟ੍ਰੇਲੀਆ। ਅਤੇ ਵੱਡਾ ਮਹਾਂਦੀਪ ਕਿਹੜਾ ਹੈ? ਏਸ਼ੀਆ। ਆਸਟ੍ਰੇਲੀਆ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ ਕਿ ਆਸਟ੍ਰੇਲੀਆ ਦਾ ਇੱਕ ਹੋਰ ਨਾਂ ਹੈ ਓਸ਼ੀਆਨਾ, ਠੀਕ ਹੈ। ਓਸ਼ੀਨੀਆ ਇਹਨੂੰ ਕਹਿੰਦੇ ਆ, ਓਸ਼ੀਨੀਆ, ਠੀਕ ਹੈ। ਤਾਂ ਕਈ ਵਾਰੀ ਪ੍ਰੋਨਾਂਸੀਏਸ਼ਨ ਤੁਸੀਂ ਦੇਖ ਲਿਓ, ਪ੍ਰੋਨਾਂਸੀਏਸ਼ਨ ਕਈ ਵਾਰੀ ਆਪਣੀ ਗਲਤ ਹੋ ਜਾਂਦੀ ਹੈ, ਠੀਕ ਹੈ। ਤਾਂ ਆਸਟ੍ਰੇਲੀਆ ਨੂੰ ਓਸ਼ੀਨੀਆ ਵੀ ਕਿਹਾ ਜਾਂਦਾ, ਠੀਕ ਹੈ। ਤਾਂ ਸਭ ਤੋਂ ਵੱਡਾ ਜਿਹੜਾ ਮਹਾਂਦੀਪ ਏਸ਼ੀਆ, ਛੋਟਾ ਮਹਾਂਦੀਪ ਆਸਟ੍ਰੇਲੀਆ ਜਾਂ ਓਸ਼ੀਨੀਆ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਏਸ਼ੀਆ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਵਿਚ ਇਜ਼ ਦੀ ਹਾਈਐਸਟ ਪੀਕ ਆਫ ਏਸ਼ੀਆ? ਮਾਊਂਟ ਐਵਰੈਸਟ, ਕਿਲੀਮੰਜਾਰੋ, ਮਾਊਂਟ ਕੋਸਕੀਜ਼ੁਕੋ ਜਾਂ ਮਾਊਂਟ ਆਬੂ?
ਤਾਂ ਇਹ ਤੁਹਾਨੂੰ ਸਾਰਾ ਆਪਾਂ ਅੱਜ ਤੁਹਾਡੇ ਕਨਸੈਪਟ ਕਲੀਅਰ ਕਰਵਾ ਦਾਂਗੇ, ਕਿਉਂਕਿ ਇੱਥੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਠੀਕ ਹੈ ਕਿ ਵਿਸ਼ਵ ਦੀ ਉੱਚੀ ਚੋਟੀ ਕਿਹੜੀ ਹੈ, ਏਸ਼ੀਆ ਦੀ ਕਿਹੜੀ ਹੈ, ਇੰਡੀਆ ਦੀ ਕਿਹੜੀ ਹੈ ਨਾ, ਤੇ ਇਹ ਚੀਜ਼ਾਂ 'ਚ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਤਾਂ ਇਹ ਆਪਾਂ ਅੱਜ ਤੁਹਾਡਾ ਕਨਸੈਪਟ ਕਲੀਅਰ ਕਰਵਾ ਦੇਣਾ। ਵੀਡੀਓ ਨੂੰ ਐਂਡ ਤੱਕ ਬਣੇ ਰਹੋ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਮਾਊਂਟ ਐਵਰੈਸਟ ਹੈ, ਜਿਹੜੀ ਆਪਣੇ ਏਸ਼ੀਆ ਦੀ ਸਭ ਤੋਂ ਉੱਚੀ ਚੋਟੀ ਹੈ, ਅਤੇ ਵਰਲਡ ਦੀ ਪੂਰੇ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਵੀ ਮਾਊਂਟ ਐਵਰੈਸਟ ਹੀ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ, ਮਾਊਂਟ ਐਵਰੈਸਟ ਦੀ ਕਈ ਵਾਰੀ ਆਪਾਂ ਨੂੰ ਉਚਾਈ ਪੁੱਛ ਲਈ ਜਾਂਦੀ ਹੈ, ਤਾਂ 8848 ਮੀਟਰ ਦੀ ਉਚਾਈ ਹੈ। ਠੀਕ ਹੈ ਜੀ, ਮਾਊਂਟ ਐਵਰੈਸਟ ਦੀ ਸਾਰੀਆਂ ਚੋਟੀਆਂ ਨਾਲੋਂ ਉੱਚੀ ਚੋਟੀ ਹੈ ਇਹ ਮਾਊਂਟ ਐਵਰੈਸਟ ਹੈ। ਅਤੇ ਏਸ਼ੀਆ ਮਹਾਂਦੀਪ ਦੀ ਜੇ ਤੁਹਾਨੂੰ ਪੁੱਛਿਆ ਜਾਵੇ ਤਾਂ ਇਹੀ ਹੈ ਮਾਊਂਟ ਐਵਰੈਸਟ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਵਿਚ ਇਜ਼ ਦੀ ਹਾਈਐਸਟ ਪੀਕ ਆਫ ਅਫਰੀਕਾ? ਮਾਊਂਟ ਐਵਰੈਸਟ, ਕਿਲੀਮੰਜਾਰੋ, ਮਾਊਂਟ ਕੋਸਕੀਜ਼ੁਕੋ ਜਾਂ ਮਾਊਂਟ ਆਬੂ? ਇਹ ਕੁਐਸਚਨ ਨੂੰ ਚੰਗੀ ਤਰ੍ਹਾਂ ਅਟੈਂਪਟ ਕਰਕੇ ਜਾਇਓ। ਸਾਰੇ ਕੁਐਸਚਨ ਆਪਣੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ ਪੇਪਰਾਂ ਦੇ ਵਿੱਚ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਮਾਊਂਟ ਕਿਲੀਮੰਜਾਰੋ ਇਹਦਾ ਨਾਂ ਹੈ। ਠੀਕ ਹੈ, ਕਿਲੀਮੰਜਾਰੋ ਇਹਨੂੰ ਕਿਹਾ ਜਾਂਦਾ ਹੈ। ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਇਹ ਕਿਹੜੀ? ਕਿਲੀਮੰਜਾਰੋ। ਠੀਕ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਆਸਟ੍ਰੇਲੀਆ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਵਿਚ ਇਜ਼ ਦੀ ਹਾਈਐਸਟ ਪੀਕ ਆਫ ਆਸਟ੍ਰੇਲੀਆ? ਮਾਊਂਟ ਐਵਰੈਸਟ, ਕਿਲੀਮੰਜਾਰੋ, ਮਾਊਂਟ ਕੋਸਕੀਜ਼ੁਕੋ ਜਾਂ ਮਾਊਂਟ ਆਬੂ? ਹੁਣ ਤਾਂ ਤੁਸੀਂ ਆਸਾਨੀ ਨਾਲ ਦੱਸ ਦੋਗੇ, ਕਿਉਂਕਿ ਮਾਊਂਟ ਐਵਰੈਸਟ ਕਿਹਦੀ ਹੈ? ਏਸ਼ੀਆ ਦੀ ਸਭ ਤੋਂ ਉੱਚੀ ਚੋਟੀ ਹੈ। ਕਿਲੀਮੰਜਾਰੋ ਹੈ ਜਿਹੜੀ ਆਪਣੀ, ਇਹ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਹੈ। ਅਤੇ ਜਿਹੜੀ ਆਪਣੀ ਤੀਸਰੀ ਚੋਟੀ ਹੈ ਇਹ ਆਸਟ੍ਰੇਲੀਆ ਦੀ। ਠੀਕ ਹੈ ਜੀ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3। ਠੀਕ ਹੈ, ਕਈ ਵਾਰੀ ਮੇਰੀ ਪ੍ਰੋਨਾਂਸੀਏਸ਼ਨ ਗਲਤ ਵੀ ਹੋ ਸਕਦੀ ਹੈ। ਠੀਕ ਹੈ, ਤੁਸੀਂ ਪ੍ਰੋਨਾਂਸੀਏਸ਼ਨ ਸਹੀ ਕਰ ਲਿਓ। ਮਾਊਂਟ ਕੋਸਕੀਜ਼ੁਕੋ। ਠੀਕ ਹੈ, ਇਹ ਨੀਚੇ ਮੈਂ ਸਪੈਲਿੰਗ ਵੀ ਸਹੀ ਰੱਖੇ ਹੋਏ ਨੇ ਜਿਹੜੇ ਐਗਜ਼ੈਕਟ ਨੇ। ਮਾਊਂਟ ਕੋਸਕੀਜ਼ੁਕੋ ਇਹਦਾ ਨਾਂ ਹੈਗਾ, ਜਿਹੜੀ ਆਸਟ੍ਰੇਲੀਆ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਹੈ। ਠੀਕ ਹੈ, ਇਹ ਨਹੀਂ ਹੈਗਾ ਆਪਾਂ ਸਾਰੇ 7 ਮਹਾਂਦੀਪ ਦੀਆਂ ਉੱਚੀਆਂ ਚੋਟੀਆਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ। ਜਿਹੜੀਆਂ ਪੁੱਛੀਆਂ ਜਾਂਦੀਆਂ ਆਪਾਂ ਸਿਰਫ ਉਹ ਤੁਹਾਨੂੰ ਕਵਰ ਕਰਵਾਵਾਂਗੇ, ਫਾਲਤੂ ਆਪਾਂ ਨੂੰ ਕਵਰ ਕਰਨ ਦੀ ਲੋੜ ਨਹੀਂ, ਕਿਉਂਕਿ ਸਾਰਿਆਂ ਦੀਆਂ ਨਹੀਂ ਪੁੱਛੀਆਂ ਜਾਂਦੀਆਂ। ਠੀਕ ਹੈ, ਜਿਨ੍ਹਾਂ ਦੀਆਂ ਪੁੱਛੀਆਂ ਜਾਂਦੀਆਂ ਉਹ ਮੈਂ ਤੁਹਾਨੂੰ ਸਾਰੀਆਂ ਕਵਰ ਕਰਵਾ ਦੂੰਗਾ। ਤਾਂ ਆਪਾਂ ਇਹ 3 ਕਵਰ ਕਰ ਲਈਆਂ। ਮਾਊਂਟ ਐਵਰੈਸਟ ਏਸ਼ੀਆ ਦੀ ਸਭ ਤੋਂ ਉੱਚੀ ਚੋਟੀ ਹੈ, ਕਿਲੀਮੰਜਾਰੋ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਹੈ, ਅਤੇ ਮਾਊਂਟ ਕੋਸਕੀਜ਼ੁਕੋ ਜਿਹੜੀ ਆਪਣੀ ਆਸਟ੍ਰੇਲੀਆ ਦੀ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਤਿੰਨੋਂ ਚੋਟੀਆਂ ਆਪਾਂ ਕਵਰ ਕਰ ਲਈਆਂ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਦੱਖਣੀ ਅਮਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਵਿਚ ਇਜ਼ ਦੀ ਹਾਈਐਸਟ ਪੀਕ ਆਫ ਸਾਊਥ ਅਮਰੀਕਾ? ਤਾਂ ਮਾਊਂਟ ਐਵਰੈਸਟ, ਕਿਲੀਮੰਜਾਰੋ, ਮਾਊਂਟ ਕੋਸਕੀਜ਼ੁਕੋ ਜਾਂ ਮਾਊਂਟ ਐਕਾਂਕਾਗੁਆ? ਠੀਕ ਹੈ, ਹੁਣ ਤੁਹਾਡੇ ਲਈ ਬਹੁਤ ਆਸਾਨ ਹੈ ਦੱਸਣਾ, ਕਿਉਂਕਿ ਤਿੰਨੋਂ ਤੁਹਾਡੇ ਯਾਦ ਹੋ ਗਈਆਂ ਹੋਣੀਆਂ। ਇੱਕ ਤਾਂ ਮਾਊਂਟ ਐਵਰੈਸਟ ਏਸ਼ੀਆ ਮਹਾਂਦੀਪ ਦੀ, ਕਿਲੀਮੰਜਾਰੋ ਅਫਰੀਕਾ ਮਹਾਂਦੀਪ ਦੀ, ਅਤੇ ਮਾਊਂਟ ਕੋਸਕੀਜ਼ੁਕੋ ਜਿਹੜੀ ਉਹ ਆਸਟ੍ਰੇਲੀਆ ਮਹਾਂਦੀਪ ਦੀ ਹੈ। ਠੀਕ ਹੈ ਜੀ, ਤਾਂ ਜਿਹੜਾ ਆਪਣੇ ਕੋਲੇ ਬਚ ਗਿਆ ਮਾਊਂਟ ਐਕਾਂਕਾਗੁਆ, ਇਹ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਦੱਖਣੀ ਅਮਰੀਕਾ ਦੀ ਉਹ ਪੁੱਛ ਲਈ ਜਾਂਦੀ ਹੈ, ਸਾਊਥ ਅਮਰੀਕਾ ਦੀ। ਤਾਂ ਇਹਦਾ ਆਨਸਰ ਆਊਗਾ 4 ਮਾਊਂਟ ਐਕਾਂਕਾਗੁਆ। ਇਹ ਚੋਟੀ ਦਾ ਨਾਂ ਹੈਗਾ। ਇਹ ਦੱਖਣੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਹੈ ਕਿਹੜੀ? ਮਾਊਂਟ ਐਕਾਂਕਾਗੁਆ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਉੱਤਰੀ ਅਮਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਵਿਚ ਇਜ਼ ਦੀ ਹਾਈਐਸਟ ਪੀਕ ਆਫ ਨਾਰਥ ਅਮਰੀਕਾ? ਮਾਊਂਟ ਐਵਰੈਸਟ, ਮਾਊਂਟ ਮੈਕਿਨਲੇ, ਮਾਊਂਟ ਕੋਸਕੀਜ਼ੁਕੋ ਜਾਂ ਮਾਊਂਟ ਐਕਾਂਕਾਗੁਆ? ਠੀਕ ਹੈ, ਤਾਂ ਹੁਣ ਤੁਹਾਡੇ ਲਈ ਦੱਸਣਾ ਬਹੁਤ ਆਸਾਨ ਹੋਊਗਾ। ਠੀਕ ਹੈ, ਤੁਹਾਡੇ ਯਾਦ ਹੋ ਗਿਆ ਹੋਣਾ। ਠੀਕ ਹੈ, ਤਾਂ ਨਾਲ ਨਾਲ ਰਿਵਾਈਜ਼ ਕਰਦੇ ਜਾਇਆ ਕਰੋ, ਕਿਉਂਕਿ ਰਿਵੀਜ਼ਨ ਬਹੁਤ ਜ਼ਰੂਰੀ ਹੁੰਦੀ ਹੈ। ਕਿਸੇ ਵੀ ਪੇਪਰ ਨੂੰ ਆਪਾਂ ਜੇ ਕਰੈਕ ਕਰਨਾ ਤਾਂ ਉਹਦੇ ਲਈ ਰਿਵੀਜ਼ਨ ਸਭ ਤੋਂ ਜ਼ਰੂਰੀ ਹੈ। ਠੀਕ ਹੈ, ਰਿਵੀਜ਼ਨ ਇਹ ਸਭ ਤੋਂ ਵੱਡਾ ਇਹਦਾ ਮੂਲ ਮੰਤਰ ਹੁੰਦਾ। ਤਾਂ ਆਪਾਂ ਕੋਈ ਵੀ ਪੇਪਰ ਰਿਵੀਜ਼ਨ ਤੋਂ ਬਿਨਾਂ ਕਰੈਕ ਨਹੀਂ ਕਰ ਸਕਦੇ। ਠੀਕ ਹੈ ਜੀ, ਤਾਂ ਇਹ ਜਿਹੜੀਆਂ ਆਪਣੀਆਂ ਵੀਡੀਓਜ਼ ਨੇ ਪੰਜਾਬ ਦੇ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਤੁਹਾਨੂੰ ਬਹੁਤ ਫਾਇਦਾ ਦੇਣਗੀਆਂ, ਜਿਹਦੇ ਵਿੱਚ ਮਾਡਰਨ ਹਿਸਟਰੀ, ਜੋਗਰਾਫੀ ਅਤੇ ਪੋਲਿਟੀ। ਠੀਕ ਹੈ, ਅਤੇ ਜਿਹੜੀ ਆਪਣੀ ਪੰਜਾਬ GK ਹੈ ਉਹ ਸਿਰਫ ਮੇਨ ਐਗਜ਼ਾਮ ਦੇ ਲਈ ਹੀ ਨਹੀਂ, ਸਗੋਂ ਜਿਹੜਾ ਪਹਿਲਾ ਤੁਹਾਡਾ ਐਗਜ਼ਾਮ ਹੋਣਾ ਪੰਜਾਬੀ ਦਾ ਕੁਆਲੀਫਾਈਂਗ ਨੇਚਰ, ਉਹਦੇ ਲਈ ਵੀ ਤੁਹਾਨੂੰ ਬਹੁਤ ਫਾਇਦਾ ਦੇਵੇਗੀ। ਠੀਕ ਹੈ ਜੀ, ਪੰਜਾਬ GK ਦੀਆਂ ਆਪਾਂ ਜਿਹੜੀ ਗੁਰੂ ਪੀਰੀਅਡ ਨਾਲ ਵੀਡੀਓਜ਼ ਨੇ ਉਹ ਵੀ ਆਪਾਂ ਲੈ ਕੇ ਆਵਾਂਗੇ ਬਸ ਕੁਛ ਦਿਨਾਂ ਦੇ ਤੱਕ। ਠੀਕ ਹੈ ਜੀ, ਤਾਂ ਬਣੇ ਰਹੋ ਆਪਣੇ ਚੈਨਲ ਦੇ ਨਾਲ। ਤੁਹਾਨੂੰ ਬਹੁਤ ਵਧੀਆ ਕੰਟੈਂਟ ਆਪਾਂ ਪ੍ਰੋਵਾਈਡ ਕਰਵਾਉਣਾ, ਅਤੇ ਤੁਸੀਂ ਖੁਦ ਮੰਨੋਗੇ ਪੇਪਰ ਦੇ ਵਿੱਚ ਬੈਠ ਕੇ ਕਿ ਆਪਣੇ ਕਰਵਾਏ ਹੋਏ ਵਿੱਚੋਂ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ। ਠੀਕ ਹੈ ਜੀ, ਤੁਸੀਂ ਖੁਦ ਆ ਕੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਹੋਗੇ ਕਿ ਹਾਂਜੀ ਸਰ ਆਏ ਨੇ ਕੁਐਸਚਨ। ਠੀਕ ਹੈ ਜੀ, ਕਿਉਂਕਿ ਮੈਂ ਬਹੁਤ
ਮਿਹਨਤ ਦੇ ਨਾਲ ਬਹੁਤ ਐਨਾਲਿਸਿਸ ਕਰਕੇ ਇੱਕ ਇੱਕ ਕੁਐਸਚਨ ਹੈ ਜਿਹੜਾ ਉਹ ਤੁਹਾਡੇ ਲਈ ਲੈ ਕੇ ਆਉਣਾ। ਠੀਕ ਹੈ ਜੀ। ਤਾਂ ਕਰਕੇ ਮੈਂ ਤੁਹਾਨੂੰ ਕਹਿੰਦਾ ਕਿ ਵੀਡੀਓ ਨੂੰ ਰਿਵਾਈਜ਼ ਕਰ ਲਿਆ ਕਰੋ ਅਤੇ ਆਪਣੀਆਂ ਸਾਰੇ ਜਿੰਨੇ ਵੀ ਆਪਣੇ ਸੈਸ਼ਨ ਅਪਲੋਡ ਹੋਏ ਨੇ ਸਾਰੇ ਅਟੈਂਡ ਕਰਿਓ। ਤਾਂ ਉੱਤਰੀ ਅਮਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਮਾਊਂਟ ਮੈਕਿਨਲੇ। ਠੀਕ ਹੈ ਜੀ। ਮਾਊਂਟ ਮੈਕਿਨਲੇ ਜਿਹੜੀ ਚੋਟੀ ਹੈ ਇਹ ਨਾਰਥ ਅਮਰੀਕਾ ਦੀ ਹੈ। ਠੀਕ ਹੈ। ਅਤੇ ਜਿਹੜੀ ਸਾਊਥ ਦੀ ਆ ਉਹ ਕਿਹੜੀ ਆ? ਮਾਊਂਟ ਐਕਾਂਕਾਗੁਆ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤੈਨੂੰ ਚੰਗੀ ਤਰ੍ਹਾਂ ਵੀਡੀਓ ਨੂੰ 2-3 ਵਾਰੀ ਦੇਖ ਲਿਓ, ਤੁਹਾਨੂੰ ਬਹੁਤ ਫਾਇਦਾ ਦੇਊ ਇਹ ਵੀਡੀਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੇ ਮਹਾਂਦੀਪ ਵਿੱਚ ਭਾਰਤ ਦੇ ਖੋਜ ਕੇਂਦਰ ਹਨ? ਇਹ ਕੁਐਸਚਨ ਇੰਨੀ ਕੁ ਵਾਰੀ ਰਿਪੀਟ ਹੋਇਆ, ਠੀਕ ਹੈ, ਕਿ ਮੈਂ ਇਹਨੂੰ ਬਹੁਤ ਵਾਰੀ ਦੇਖਿਆ ਕਿ ਇਹ ਕੁਐਸਚਨ ਬਹੁਤ ਪੇਪਰਾਂ ਦੇ ਵਿੱਚ ਆਇਆ ਹੋਇਆ। ਠੀਕ ਹੈ ਜੀ। ਵਿਚ ਆਫ ਦੀ ਫੋਲੋਇੰਗ ਕੰਟੀਨੈਂਟ ਹੈਵ ਇੰਡੀਆਜ਼ 3 ਰਿਸਰਚ ਸੈਂਟਰ। ਭਾਰਤ ਦੇ 3 ਖੋਜ ਕੇਂਦਰ ਨੇਗੇ, ਇੱਕ ਇਹਨਾਂ 'ਚੋਂ ਜਿਹੜਾ ਮਹਾਂਦੀਪ ਹੈ ਉੱਥੇ ਨੇ। ਠੀਕ ਹੈ। ਅਤੇ ਇਹ ਬਹੁਤ ਫੇਮਸ ਨੇ, ਬਹੁਤ ਵਾਰੀ ਇਹ ਜਿਹੜਾ ਕੁਐਸਚਨ ਹੈ SSC ਲੈਵਲ ਦੇ ਪੇਪਰਾਂ ਦੇ ਵਿੱਚ, ਇੰਡੀਆ ਲੈਵਲ ਦੇ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ, ਕਿਉਂਕਿ ਜੋਗਰਾਫੀ, ਪੋਲਿਟੀ ਅਤੇ ਆਪਣੀ ਹਿਸਟਰੀ ਹੈ ਇਹ ਸਾਰੀ ਇੰਡੀਆ ਲੈਵਲ ਦੇ ਪੇਪਰਾਂ ਦੇ ਵਿੱਚ ਆਉਂਦੀ ਹੈ। ਠੀਕ ਹੈ। ਤੁਸੀਂ ਪਿਛਲੇ ਸਾਰੇ ਪੇਪਰ ਚੱਕ ਲਿਓ, ਆਪਣੇ ਜਿੰਨੇ ਮੈਂ ਸੈਸ਼ਨ ਇਹਦੇ ਵਿੱਚ ਮੈਂ ਕਵਰ ਕਰਵਾਏ ਨੇ ਉਹਨਾਂ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਮਿਲਣਗੇ। ਠੀਕ ਹੈ ਜੀ। ਜਿਹੜੇ ਇੰਡੀਆ ਲੈਵਲ ਦੇ ਪੇਪਰ ਵੀ ਹੋਏ ਨੇ ਉਹ ਵੀ ਬੇਸ਼ੱਕ ਤੁਸੀਂ ਦੇਖ ਲਿਓ, ਉਹਨਾਂ ਦੇ ਵਿੱਚ ਵੀ ਆਪਣੇ ਕੁਐਸਚਨ ਆਏ ਹੋਏ ਨੇ। ਠੀਕ ਹੈ ਜੀ। ਤਾਂ ਬੇਸ਼ੱਕ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਆਪਣੇ ਬੈਚ ਜ਼ਰੂਰ ਅਟੈਂਡ ਕਰੋ, ਤੁਹਾਨੂੰ ਬਹੁਤ ਫਾਇਦਾ ਦੇਣਗੇ। ਤਾਂ ਇਹਨਾਂ ਵਿੱਚੋਂ ਕਿਹੜੇ ਮਹਾਂਦੀਪ ਵਿੱਚ ਭਾਰਤ ਦੇ 3 ਖੋਜ ਕੇਂਦਰ ਨੇ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2। ਇਹ ਕਿਹੜਾ ਮਹਾਂਦੀਪ ਹੈ? ਅੰਟਾਰਕਟਿਕਾ। ਠੀਕ ਹੈ। ਅੰਟਾਰਕਟਿਕਾ ਜਿਹੜਾ ਆਪਣਾ ਮਹਾਂਦੀਪ ਹੈ ਇਹਦੇ ਵਿੱਚ ਆਪਣੇ 3 ਖੋਜ ਕੇਂਦਰ ਨੇ। ਕਿਹੜੇ ਕਿਹੜੇ? ਦਕਸ਼ਿਣ ਗੰਗੋਤਰੀ, ਮੈਤਰੀ ਅਤੇ ਭਾਰਤੀ। ਇਹ ਤੁਸੀਂ ਪਹਿਲਾਂ ਵੀ ਸੁਣੇ ਹੋਣੇ। ਠੀਕ ਹੈ। ਬਟ ਆਪਣੇ ਇਹ ਖਿਆਲ 'ਚ ਨਹੀਂ ਰਹਿੰਦਾ ਕਿ ਇਹ ਕਿਹੜੇ ਮਹਾਂਦੀਪ ਨੇ ਅਤੇ ਕਿਹੜੇ ਕਿਹੜੇ ਨੇ, ਹੈ ਨਾ। ਤਾਂ ਦਕਸ਼ਿਣ ਗੰਗੋਤਰੀ, ਮੈਤਰੀ ਅਤੇ ਭਾਰਤੀ ਇਹ 3 ਰਿਸਰਚ ਸੈਂਟਰ ਨੇ ਆਪਣੇ, ਕਿੱਥੇ ਨੇ? ਅੰਟਾਰਕਟਿਕਾ ਦੇ ਵਿੱਚ। ਇਹ ਯਾਦ ਰੱਖਿਓ, ਇਹ ਕੁਐਸਚਨ ਤੁਹਾਨੂੰ ਐਗਜ਼ੈਕਟ ਦੇਖਣ ਨੂੰ ਮਿਲ ਸਕਦਾ। ਠੀਕ ਹੈ। ਇਹਨੂੰ ਮੋਲਡ ਕਰਕੇ ਵੀ ਪਾ ਸਕਦੇ ਨੇ। ਠੀਕ ਹੈ। ਇਹਨੂੰ ਮਤਲਬ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਇਹ ਕੁਐਸਚਨ ਪੁੱਛ ਸਕਦੇ ਨੇ। ਕਈ ਵਾਰੀ ਇਹ 3 ਰਿਸਰਚ ਸੈਂਟਰ ਆ ਜਿਹੜੇ ਉਹ ਇਹਦੇ ਵਿੱਚ ਰੱਖ ਦੇਣ ਕੁਐਸਚਨ ਦੇ ਵਿੱਚ ਕਿ ਇਹ 3 ਰਿਸਰਚ ਸੈਂਟਰ ਕਿਹੜੇ ਮਹਾਂਦੀਪ ਵਿੱਚ ਨੇ, ਜਾਂ ਇਹਨਾਂ ਵਿੱਚੋਂ ਕਿਹੜੇ ਕਿਹੜੇ ਮਤਲਬ ਜਿਹੜੇ ਰਿਸਰਚ ਸੈਂਟਰ ਹੈ ਉਹ ਅੰਟਾਰਕਟਿਕਾ ਦੇ ਵਿੱਚ ਨੇ। ਠੀਕ ਹੈ। ਕਿ ਇਹ ਕੁਐਸਚਨ ਨੂੰ ਪੁੱਛਣ ਦਾ ਤਰੀਕਾ ਉਹ ਚੇਂਜ ਕਰ ਸਕਦੇ ਨੇ, ਬਟ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ। ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ, ਤਾਂ ਇਹਨੂੰ ਚੰਗੀ ਤਰ੍ਹਾਂ ਯਾਦ ਕਰਕੇ ਜਾਇਓ। ਦਕਸ਼ਿਣ ਗੰਗੋਤਰੀ, ਮੈਤਰੀ ਅਤੇ ਭਾਰਤੀ। ਠੀਕ ਹੈ ਜੀ। ਆਨਸਰ ਨੰਬਰ 2 ਅੰਟਾਰਕਟਿਕਾ। ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜਾ ਮਹਾਂਦੀਪ ਚਿੱਟੇ ਮਹਾਂਦੀਪ ਦੇ ਨਾਮ ਨਾਲ ਜਾਣਿਆ ਜਾਂਦਾ? ਵਿਚ ਕੰਟੀਨੈਂਟ ਇਜ਼ ਨੋਨ ਐਜ਼ ਵਾਈਟ ਕੰਟੀਨੈਂਟ? ਏਸ਼ੀਆ, ਆਸਟ੍ਰੇਲੀਆ, ਅੰਟਾਰਕਟਿਕਾ ਜਾਂ ਯੂਰਪ। ਤਾਂ ਇਹਨਾਂ ਵਿੱਚੋਂ ਕਿਹੜਾ ਮਹਾਂਦੀਪ ਹੈ ਜਿਹੜਾ ਚਿੱਟਾ ਮਹਾਂਦੀਪ ਹੈ, ਜਿਹੜਾ ਵਾਈਟ ਦਿਖਦਾ ਦੂਰੋਂ? ਆਪਣੇ ਸਾਰੇ ਕੁਐਸਚਨ ਚੰਗੀ ਤਰ੍ਹਾਂ ਅਟੈਂਪਟ ਕਰਕੇ ਜਾਇਓ। ਠੀਕ ਹੈ। ਤਾਂ ਵੀਡੀਓ ਨੂੰ 2-3 ਵਾਰੀ ਰਿਵਾਈਜ਼ ਕਰ ਲਓ, ਨੋਟਸ ਆਪਣੇ ਖੁਦ ਬਣਾਓ। ਠੀਕ ਹੈ। ਨੋਟਸ ਤਾਂ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਹੀ ਰਿਕਮੈਂਡ ਕਰਦਾ ਕਿ ਨੋਟਸ ਜੇ ਤੁਸੀਂ ਖੁਦ ਬਣਾਓਗੇ ਤਾਂ ਤੁਹਾਡਾ ਬਹੁਤ ਫਾਇਦਾ ਹੋਊਗਾ। ਠੀਕ ਹੈ ਜੀ। ਤਾਂ ਨੋਟਸ ਆਪਣੇ ਖੁਦ ਬਣਾਓ। ਬਾਕੀ ਆਪਾਂ ਤੁਸੀਂ ਬਣੇ ਰਹੋ ਚੈਨਲ 'ਤੇ। ਠੀਕ ਹੈ। ਆਪਾਂ ਲਾਈਵ ਦਾ ਵੀ ਕਰਨਾ ਹੌਲੀ ਹੌਲੀ ਸਾਰਾ ਤਾਮਾ ਜਾਮਾ। ਠੀਕ ਹੈ। ਕਿਉਂਕਿ ਹਜੇ ਆਪਣੇ ਕੋਲ ਇਨਫਰਾਸਟਰਕਚਰ ਦੀ ਘਾਟ ਹੈ ਥੋੜ੍ਹੀ, ਆਪਾਂ ਲਾਈਵ ਵੀ ਜਾਇਆ ਕਰਾਂਗੇ। ਠੀਕ ਹੈ। ਅਤੇ ਨੋਟਸ ਵੀ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਣਗੇ। ਠੀਕ ਹੈ। ਰੈਡੀ ਕਰ ਰਹੇ ਹਾਂ ਨੋਟਸ ਵੀ ਤੁਹਾਡੇ, ਬਣੇ ਰਹੋ ਚੈਨਲ 'ਤੇ। ਬਟ ਮੈਂ ਤੁਹਾਨੂੰ ਰਿਕਮੈਂਡ ਇਹ ਵੀ ਕਰਦਾ ਨਾਲ ਨਾਲ ਕਿ ਤੁਸੀਂ ਖੁਦ ਵੀ ਬਣਾਇਆ ਕਰੋ ਨੋਟਸ। ਠੀਕ ਹੈ। ਇਹ ਨਹੀਂ ਹੈਗਾ ਕਿ ਆਪਾਂ ਦੂਸਰੇ 'ਤੇ ਡਿਪੈਂਡ ਹੋ ਜਾਣਾ ਸਾਰਾ, ਕਿ ਤੁਹਾਨੂੰ ਸਾਰਾ ਕੁਛ ਮੈਂ ਪ੍ਰੋਵਾਈਡ ਕਰਵਾਵਾਂ, ਹੈ ਨਾ। ਤਾਂ ਇਹੋ ਜਿਹੀ ਗੱਲ ਨਹੀਂ, ਪ੍ਰੋਵਾਈਡ ਕਰਵਾ ਸਕਦੇ ਹਾਂ। ਠੀਕ ਹੈ। ਕਰਵਾਵਾਂਗੇ ਵੀ ਅੱਗੇ, ਬਟ ਇਹ ਹੈ ਵੀ ਤੁਸੀਂ ਖੁਦ ਵੀ ਮਿਹਨਤ ਕਰੋ। ਮੇਰਾ ਇਹ ਪਰਪਸ ਹੈ ਕਿ ਮੈਂ ਇਹ ਚਾਹੁੰਦਾ ਕਿ ਤੁਸੀਂ ਖੁਦ ਵੀ ਮਿਹਨਤ ਕਰੋ, ਖੁਦ ਲਿਖੋ ਆਪਣੇ ਨੋਟਸ, ਖੁਦ ਤਿਆਰ ਕਰੋ। ਤਾਂ ਉਹ ਚੀਜ਼ ਦਾ ਤੁਸੀਂ ਡਿਫਰੈਂਸ ਦੇਖਿਓ। ਠੀਕ ਹੈ। ਇੱਕ ਤੁਸੀਂ ਦੂਸਰੇ ਤੋਂ ਨੋਟਸ ਲੈਂਦੇ ਹੋ। ਠੀਕ ਹੈ। ਅਤੇ ਇੱਕ ਤੁਸੀਂ ਜਦੋਂ ਖੁਦ ਨੋਟਸ ਬਣਾਓਗੇ ਉਹ ਚੀਜ਼ ਦਾ ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਦਿਖੂਗਾ। ਠੀਕ ਹੈ ਜੀ। ਜੋ ਤੁਸੀਂ ਉਹ ਤੁਹਾਡੇ ਨੋਟਸ ਬਣਾਉਂਦੇ ਸਾਰਾ ਤੁਹਾਡੇ ਉਹ ਯਾਦ ਹੋ ਜਾਣਾ। ਠੀਕ ਹੈ। ਅਤੇ ਜੋ ਤੁਸੀਂ 2-3 ਵਾਰੀ ਉਹਨੂੰ ਰਿਵਾਈਜ਼ ਕਰੋਗੇ ਤਾਂ ਤੁਹਾਡੇ ਇੰਨਾ ਕੁ ਯਾਨੀ ਕਿ ਪੱਕ ਜਾਣਾ ਕਿ ਤੁਸੀਂ ਕਦੇ ਵੀ ਨਹੀਂ ਭੁੱਲੋਗੇ ਲਾਈਫ ਦੇ ਵਿੱਚ। ਤਾਂ ਕਰਕੇ ਮੈਂ ਤੁਹਾਨੂੰ ਰਿਕਮੈਂਡ ਕਰਦਾ ਕਿ ਨੋਟਸ ਖੁਦ ਵੀ ਬਣਾਓ। ਠੀਕ ਹੈ। ਤਾਂ ਤੁਸੀਂ ਬਣੇ ਰਹੋ, ਆਪਾਂ ਸਭ ਕੁਛ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਚੈਨਲ ਦੇ ਉੱਤੇ। ਤਾਂ ਕਿਹੜਾ ਮਹਾਂਦੀਪ ਹੈ ਜਿਹੜਾ ਚਿੱਟੇ ਮਹਾਂਦੀਪ ਦੇ ਨਾਮ ਨਾਲ ਜਾਣਿਆ ਜਾਂਦਾ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਅੰਟਾਰਕਟਿਕਾ। ਇਹ ਕਿਉਂ ਜਾਣਿਆ ਜਾਂਦਾ? ਕਿਉਂਕਿ ਇੱਥੇ ਬਰਫ਼ ਪਈ ਰਹਿੰਦੀ ਹੈ। ਠੀਕ ਹੈ। ਤਾਂ ਇਹ ਮਹਾਂਦੀਪ ਦੇ ਉੱਤੇ ਬਰਫ਼ ਨਾਲ ਇਹ ਢਕਿਆ ਰਹਿੰਦਾ। ਠੀਕ ਹੈ। ਬਹੁਤ ਜ਼ਿਆਦਾ ਇਹ 'ਤੇ ਬਰਫ਼ ਪੈਂਦੀ ਹੈ ਅੰਟਾਰਕਟਿਕਾ ਦੇ ਉੱਤੇ, ਤਾਂ ਕਰਕੇ ਇਹਨੂੰ ਕਿਹੜੇ ਮਹਾਂਦੀਪ ਨਾਲ ਨਾਮ ਨਾਲ ਜਾਣਿਆ ਜਾਂਦਾ? ਚਿੱਟੇ ਮਹਾਂਦੀਪ ਦੇ ਨਾਮ ਨਾਲ, ਵਾਈਟ ਕੰਟੀਨੈਂਟ ਇਹਨੂੰ ਕਿਹਾ ਜਾਂਦਾ ਅੰਟਾਰਕਟਿਕਾ ਨੂੰ। ਠੀਕ ਹੈ। ਤੁਸੀਂ ਯਾਦ ਰੱਖਿਓ,
ਇਹ ਕੁਐਸਚਨ ਤੁਹਾਨੂੰ ਐਗਜ਼ੈਕਟ ਦੇਖਣ ਨੂੰ ਮਿਲ ਸਕਦਾ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਵਿਚ ਇਜ਼ ਦੀ ਹਾਈਐਸਟ ਪੀਕ ਇਨ ਦੀ ਵਰਲਡ। ਇਹੋ ਜਿਹੇ ਕੁਐਸਚਨ ਜਿਹੜੇ ਤੁਹਾਡੇ ਮਾਈਂਡ ਦੇ ਵਿੱਚ ਡਾਊਟ ਪੈਦਾ ਕਰਦੇ ਨੇ, ਇਹ ਮੈਂ ਤੁਹਾਨੂੰ ਸਾਰੇ ਕਲੀਅਰ ਕਰਵਾਉਣੇ ਆ। ਮਾਊਂਟ ਕਿਲੀਮੰਜਾਰੋ, ਕੰਚਨਜੰਗਾ, ਮਾਊਂਟ ਐਵਰੈਸਟ, ਮਾਊਂਟ ਕੈਲਾਸ਼। ਠੀਕ ਹੈ ਜੀ, ਤਾਂ ਕਿਹੜੀ ਹੈ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ? ਇਹ ਮੈਂ ਤੁਹਾਨੂੰ ਅੱਜ ਕਲੀਅਰ ਕਰਵਾ ਦੇਣਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ ਕਿ ਪੂਰੇ ਵਰਲਡ ਦੀ ਜੇ ਉੱਚੀ ਚੋਟੀ ਪੁੱਛਿਆ ਜਾਵੇ ਕਿਹੜੀ ਹੈ, ਮਾਊਂਟ ਐਵਰੈਸਟ। ਠੀਕ ਹੈ, ਮਾਊਂਟ ਐਵਰੈਸਟ ਪੂਰੇ ਵਰਲਡ ਦੀ ਸਭ ਤੋਂ ਉੱਚੀ ਚੋਟੀ ਹੈ, ਇਹ ਤੁਸੀਂ ਯਾਦ ਰੱਖਿਓ। ਠੀਕ ਹੈ, ਤਾਂ ਕਿੰਨੀ ਇਹਦੀ ਉਚਾਈ ਹੈ? 8848 ਮੀਟਰ। ਅਤੇ ਕਿੱਥੇ ਹੈਗੀ ਇਹ? ਤਿੱਬਤ, ਚਾਈਨਾ ਦੇ ਵਿੱਚ। ਠੀਕ ਹੈ, ਇੰਡੀਆ ਦੇ ਵਿੱਚ ਨਹੀਂ ਇਹ ਹੈਗੀ, ਇਹ ਚਾਈਨਾ ਦੇ ਵਿੱਚ ਹੈ, ਤਿੱਬਤ ਦੇ ਵਿੱਚ। ਠੀਕ ਹੈ, ਅਤੇ ਨੇਪਾਲ ਨਾਲ ਵੀ ਲੱਗਦੀ ਹੈ ਇਹ, ਨੇਪਾਲ ਨਾਲ ਇਹਦਾ ਬਾਰਡਰ ਲੱਗਦਾ ਆ ਕੇ। ਠੀਕ ਹੈ, ਤਾਂ ਇਹ ਜਦੋਂ ਆਪਾਂ ਜਿਹੜੀ ਮਾਊਂਟ ਐਵਰੈਸਟ ਦੀ ਲੋਕ ਚੜ੍ਹਾਈ ਚੜ੍ਹਦੇ ਨੇ, ਉਹ ਆਪਣੇ ਇੰਡੀਆ 'ਚੋਂ ਨਹੀਂ ਮਤਲਬ ਚੜ੍ਹਦੇ, ਇਹ ਇੱਧਰ ਜਾਂਦੇ ਆ ਨੇਪਾਲ ਜਾਂ ਚਾਈਨਾ ਵੱਲ। ਠੀਕ ਹੈ, ਇੱਧਰੋਂ ਇਹ ਮਾਊਂਟ ਐਵਰੈਸਟ ਦੀ ਚੜ੍ਹਾਈ ਚੜ੍ਹਦੇ ਨੇ। ਠੀਕ ਹੈ, ਤਾਂ ਜਿਹੜੀ ਆਪਣੀ ਕੰਚਨਜੰਗਾ ਉਹ ਇੰਡੀਆ ਦੀ ਸਭ ਤੋਂ ਉੱਚੀ ਚੋਟੀ ਹੈ। ਜੇ ਆਪਾਂ ਨੂੰ ਇੰਡੀਆ ਦੀ ਪੁੱਛਿਆ ਜਾਵੇ, ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਕੰਚਨਜੰਗਾ, ਸਿੱਕਿਮ ਦੇ ਵਿੱਚ ਹੈ ਇਹ, ਅਤੇ ਇਹਦੀ ਉਚਾਈ ਕਿੰਨੀ ਹੈਗੀ? 8586 ਮੀਟਰ ਇਹਦੀ। ਠੀਕ ਹੈ, ਤਾਂ ਇਹਦੀ ਉਚਾਈ ਕਿੰਨੀ ਹੈ? 8586 ਮੀਟਰ। ਇੰਡੀਆ ਦੇ ਵਿੱਚ ਹੈ ਇਹ, ਸਿੱਕਿਮ ਦੇ ਵਿੱਚ ਕੰਚਨਜੰਗਾ। ਇਹ ਆਪਣੀ ਇੰਡੀਆ ਦੀ ਸਭ ਤੋਂ ਉੱਚੀ ਚੋਟੀ ਹੈ, ਤੁਸੀਂ ਯਾਦ ਰੱਖਿਓ। ਜੇ ਪੂਰੇ ਵਰਲਡ ਦੀ ਪੁੱਛਿਆ ਜਾਵੇ ਤਾਂ ਆਪਣੀ ਹੈਗੀ ਹੈ ਮਾਊਂਟ ਐਵਰੈਸਟ, 8848 ਮੀਟਰ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਸ਼ਵ ਦਾ ਦੂਜੇ ਨੰਬਰ ਦਾ ਵੱਡਾ ਮਹਾਂਦੀਪ ਕਿਹੜਾ? ਇਹ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਆ ਸਕਦਾ। ਠੀਕ ਹੈ ਜੀ, ਇੰਨਾ ਕੁ ਇੰਪੋਰਟੈਂਟ ਕੁਐਸਚਨ ਹੈ ਇਹ। ਵਰਲਡਸ ਸੈਕਿੰਡ ਲਾਰਜੈਸਟ ਕੰਟੀਨੈਂਟ ਇਜ਼ ਏਸ਼ੀਆ, ਅਫਰੀਕਾ, ਆਸਟ੍ਰੇਲੀਆ ਜਾਂ ਯੂਰਪ। ਠੀਕ ਹੈ, ਇਹ ਤੁਸੀਂ ਆਖੋਗੇ ਕਿ ਸਰ ਵਾਰ-ਵਾਰ ਇਹ ਚੀਜ਼ ਨੂੰ ਕਹੀ ਜਾਂਦੇ ਨੇ ਕਿ ਇਹ ਇੰਪੋਰਟੈਂਟ ਹੈ। ਠੀਕ ਹੈ, ਬਿਕੋਜ਼ ਇਹ ਆਏ ਹੋਏ ਨੇ ਕੁਐਸਚਨ। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਕੁਐਸਚਨ ਨੇ। ਮੈਂ ਤੁਹਾਨੂੰ ਜ਼ੋਰ ਦੇ ਕੇ ਤਾਂ ਕਹਿ ਰਿਹਾ ਕਿਉਂਕਿ ਤੁਸੀਂ ਖੁਦ ਜਦੋਂ ਪੇਪਰ ਕਰਕੇ ਆਓਗੇ ਤਾਂ ਤੁਸੀਂ ਦੇਖੋਗੇ ਕਿ ਹਾਂ ਬਿਲਕੁਲ ਆਏ ਹੋਏ ਨੇ। ਠੀਕ ਹੈ ਜੀ, ਕਿਉਂਕਿ ਇਹੀ ਕੁਐਸਚਨ ਰਿਪੀਟ ਹੋਏ ਹੋਏ ਨੇ ਵਾਰ-ਵਾਰ, ਅਤੇ ਇਹ ਤੁਹਾਨੂੰ ਅੱਗੇ ਦੇਖਣ ਨੂੰ ਮਿਲਣਗੇ। ਜਿੰਨੇ ਵੀ ਪੰਜਾਬ ਦੇ ਅਤੇ ਇੰਡੀਆ ਦੇ ਪੇਪਰ ਹੋਣੇ ਨੇ ਇੰਡੀਆ ਲੈਵਲ ਦੇ, ਉਹ ਸਾਰਿਆਂ ਦੇ ਵਿੱਚ ਆਪਣੇ ਕੁਐਸਚਨ ਕਰਵਾਏ ਹੋਏ ਤੁਹਾਨੂੰ ਦੇਖਣ ਨੂੰ ਮਿਲਣਗੇ। ਠੀਕ ਹੈ ਜੀ, ਇੰਨੇ ਕੁ ਇੰਪੋਰਟੈਂਟ ਕੁਐਸਚਨ ਨੇ ਇਹ। ਤੁਸੀਂ ਜਦੋਂ ਕੁਐਸਚਨ ਅਟੈਂਪਟ ਕਰਦੇ ਹੋ ਤਾਂ ਤੁਹਾਨੂੰ ਖੁਦ ਵੀ ਲੱਗ ਰਿਹਾ ਹੋਊ ਕਿ ਇਹਨਾਂ ਵਿੱਚੋਂ ਸਾਰੇ ਕੁਐਸਚਨ ਹੀ ਇੰਪੋਰਟੈਂਟ ਹੈ। ਠੀਕ ਹੈ ਜੀ, ਜਿੰਨੇ ਆਪਣੇ ਤੁਸੀਂ ਸੈਸ਼ਨ ਲਗਾਏ ਨੇ, ਤਾਂ ਤੁਹਾਨੂੰ ਖੁਦ ਵੀ ਫੀਲ ਇਹ ਚੀਜ਼ ਹੋ ਰਹੀ ਹੋ ਕਿ ਸਾਰੇ ਕੁਐਸਚਨ ਹੀ ਇੰਪੋਰਟੈਂਟ ਨੇ। ਠੀਕ ਹੈ, ਕਿਤੇ ਨਾ ਕਿਤੇ ਤੁਸੀਂ ਦੇਖੇ ਹੋਏ ਨੇ। ਠੀਕ ਹੈ, ਅਤੇ ਬਾਕੀ ਤੁਸੀਂ ਪੇਪਰ ਕਰੋਗੇ ਤਾਂ ਤੁਹਾਨੂੰ ਖੁਦ ਪਤਾ ਲੱਗੂਗਾ। ਵਿਸ਼ਵ ਦਾ ਦੂਜੇ ਨੰਬਰ ਦਾ ਵੱਡਾ ਮਹਾਂਦੀਪ ਕਿਹੜਾ? ਪਹਿਲੇ ਨੰਬਰ ਦਾ ਆਪਾਂ ਨੂੰ ਪਤਾ ਕਿਹੜਾ, ਏਸ਼ੀਆ। ਦੂਜੇ ਨੰਬਰ ਦਾ ਦੱਸਣਾ। ਠੀਕ ਹੈ ਜੀ, ਤਾਂ ਕਿਉਂਕਿ ਪੇਪਰ ਦਾ ਲੈਵਲ ਜੇ ਮੋਡਰੇਟ ਆਊ, ਡੀਪ ਆਊਗਾ, ਤਾਂ ਇਹੋ ਜਿਹੇ ਕੁਐਸਚਨ ਹੀ ਤੁਹਾਨੂੰ ਆਉਣਗੇ। ਦੂਜੇ ਨੰਬਰ ਦਾ ਮਹਾਂਦੀਪ ਕਿਹੜਾ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, ਅਫਰੀਕਾ ਮਹਾਂਦੀਪ। ਠੀਕ ਹੈ ਜੀ, ਪਹਿਲੇ ਨੰਬਰ 'ਤੇ ਏਸ਼ੀਆ, ਦੂਜੇ ਨੰਬਰ 'ਤੇ ਅਫਰੀਕਾ। ਅਫਰੀਕਾ ਦੂਜੇ ਨੰਬਰ ਦਾ ਵੱਡਾ ਮਹਾਂਦੀਪ ਹੈਗਾ। ਠੀਕ ਹੈ ਜੀ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਕਿਉਂਕਿ ਆਪਾਂ ਥੋੜ੍ਹਾ ਮਤਲਬ ਪੜ੍ਹ ਕੇ ਚੱਲ ਜਾਂਦੇ ਹਾਂ ਉੱਥੇ, ਆਪਾਂ ਨੂੰ ਪਹਿਲੇ ਨੰਬਰ ਦਾ ਸਾਰਾ ਪਤਾ ਹੁੰਦਾ, ਕਈ ਵਾਰੀ ਦੂਜੇ ਨੰਬਰ ਦਾ ਉਹ ਪੁੱਛ ਲੈਂਦੇ ਨੇ। ਠੀਕ ਹੈ, ਇਹ ਉਹਨਾਂ ਕੋਲ ਚਾਂਸ ਹੁੰਦਾ ਜਦੋਂ ਉਹ ਮੋਡਰੇਟ ਪੇਪਰ ਪਾਉਂਦੇ ਨੇ। ਠੀਕ ਹੈ ਜੀ, ਤਾਂ ਦੂਜੇ ਨੰਬਰ ਦਾ ਕਿਹੜਾ? ਅਫਰੀਕਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਨਾਂ ਵਿੱਚੋਂ ਕਿਹੜਾ ਮਹਾਂਦੀਪ ਨਹੀਂ ਹੈ? ਹਾਂ, ਇਹੋ ਜਿਹੇ ਕੁਐਸਚਨ ਵੀ ਆਉਂਦੇ ਨੇ। ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਕੰਟੀਨੈਂਟ? ਏਸ਼ੀਆ, ਰਸ਼ੀਆ, ਯੂਰਪ ਜਾਂ ਆਸਟ੍ਰੇਲੀਆ। ਠੀਕ ਹੈ, ਤਾਂ ਦੇਖੋ ਇਹ 'ਚ ਆਪਸ਼ਨ ਇਹੋ ਜਿਹੇ ਨੇ ਕਿ ਤੁਸੀਂ ਬਿਲਕੁਲ ਕਨਫਿਊਜ਼ ਹੋ ਜਾਓਗੇ। ਠੀਕ ਹੈ, ਏਸ਼ੀਆ ਮਹਾਂਦੀਪ ਹੈਗਾ, ਯੂਰਪ ਹੈਗਾ, ਆਸਟ੍ਰੇਲੀਆ ਹੈਗਾ, ਬਟ ਰਸ਼ੀਆ ਮਹਾਂਦੀਪ ਨਹੀਂ। ਬਟ ਆਪਾਂ ਨੂੰ ਲੱਗ ਰਿਹਾ ਆਪਸ਼ਨ ਦੇ ਵਿੱਚ, ਜਦੋਂ ਆਪਾਂ ਆਪਸ਼ਨ ਪੜ੍ਹ ਰਹੇ ਹਾਂ ਤਾਂ ਆਪਾਂ ਨੂੰ ਇਹ ਲੱਗ ਰਿਹਾ ਕਿ ਹਾਂ ਰਸ਼ੀਆ ਵੀ ਮਹਾਂਦੀਪ ਹੈ। ਠੀਕ ਹੈ, ਤਾਂ ਉਹ ਆਪਸ਼ਨ ਇਸ ਹਿਸਾਬ ਨਾਲ ਸੈੱਟ ਕਰਦੇ ਨੇ ਕਿ ਤੁਹਾਨੂੰ ਬਿਲਕੁਲ ਉਹ ਕਨਫਿਊਜ਼ ਕਰ ਦਿੰਦੇ ਨੇ। ਠੀਕ ਹੈ ਜੀ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, ਰਸ਼ੀਆ ਕੀ ਹੈ? ਰਸ਼ੀਆ ਕੰਟਰੀ ਹੈ। ਠੀਕ ਹੈ, ਰਸ਼ੀਆ ਮਹਾਂਦੀਪ ਨਹੀਂ ਹੈਗਾ। ਰਸ਼ੀਆ ਯੂਰਪ ਦੀ ਕੰਟਰੀ ਹੈ ਇੱਕ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਯੂਰਪ ਮਹਾਂਦੀਪ ਹੈ। ਠੀਕ ਹੈ, ਰਸ਼ੀਆ ਕੀ ਹੈ? ਕੰਟਰੀ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਅਤੇ ਇਹੋ ਜਿਹੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੇ ਮਹਾਂਦੀਪ ਵਿੱਚ ਦੋਨੋਂ ਕਰਕ ਰੇਖਾ ਅਤੇ ਮਕਰ ਰੇਖਾ ਲੰਘਦੀਆਂ ਨੇ? ਦੀ ਕੰਟੀਨੈਂਟ ਵਿਚ ਹੈਵ ਪਾਸਿਸ ਟ੍ਰੋਪਿਕ ਆਫ ਕੈਂਸਰ ਐਂਡ ਟ੍ਰੋਪਿਕ ਆਫ ਕੈਪਰੀਕੌਨ? ਅਫਰੀਕਾ, ਏਸ਼ੀਆ, ਆਸਟ੍ਰੇਲੀਆ ਜਾਂ ਯੂਰਪ? ਇੱਕ ਕੁਐਸਚਨ ਤੁਹਾਡੇ ਲਈ ਮੈਂ ਚੁਣ ਕੇ ਲੈ ਕੇ ਆਉਣਾ, ਮਤਲਬ ਸਿਲੈਕਟ ਕਰਕੇ ਪੂਰਾ। ਠੀਕ ਹੈ, ਤਾਂ ਕਰਕੇ ਤੁਹਾਡਾ ਬਹੁਤ ਫਾਇਦਾ ਹੋ ਸਕੇ। ਠੀਕ ਹੈ, ਪੂਰੇ ਮੋਡਰੇਟ ਲੈਵਲ ਦੇ ਕੁਐਸਚਨ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਠੀਕ ਹੈ,
ਜਿਹੜੇ ਈਜ਼ੀ ਹੁੰਦੇ ਨੇ ਉਹ ਵੀ ਮੈਂ ਤੁਹਾਨੂੰ ਨਾਲ ਨਾਲ ਕਵਰ ਕਰਵਾਉਣਾ, ਕਿਉਂਕਿ ਈਜ਼ੀ ਕੁਐਸਚਨ ਵੀ ਆਪਣੇ ਲਈ ਤਾਂ ਈਜ਼ੀ ਹੈ ਜੇ ਆਪਾਂ ਉਹਨੂੰ ਰਿਵਾਈਜ਼ ਕੀਤਾ ਹੋਇਆ, ਠੀਕ ਹੈ। ਜੇ ਆਪਾਂ ਉਹਨੂੰ ਇੱਕ ਵਾਰੀ ਪੜ੍ਹ ਕੇ ਮੁੜ ਕੇ ਛੱਡਤਾ, ਮੁੜ ਕੇ ਉਹਨੂੰ ਆਪਾਂ ਪੜ੍ਹੇ ਹੀ ਨਹੀਂ, ਤਾਂ ਆਪਣੇ ਲਈ ਉਹ ਕੁਐਸਚਨ ਟਫ ਹੈ, ਈਜ਼ੀ ਨਹੀਂ ਹੈਗਾ, ਠੀਕ ਹੈ। ਉਹ ਕੁਐਸਚਨ ਆਪਾਂ ਨੂੰ ਗਲਤ ਕਰਨ ਦੀ ਜਿਹੜੀ ਸੰਭਾਵਨਾ ਆਪਣੀ ਬਹੁਤ ਬਣ ਜਾਂਦੀ ਹੈ, ਉਹ ਆਪਾਂ ਗਲਤ ਕਰ ਸਕਦੇ ਹਾਂ ਉਹ ਕੁਐਸਚਨ ਨੂੰ, ਕਿਉਂਕਿ ਜਦੋਂ ਇੱਥੇ ਆਪਾਂ ਨੂੰ ਲੱਗਦਾ ਕਿ ਹਾਂ ਇਹ ਕੁਐਸਚਨ ਵੀ ਮੈਨੂੰ ਆਉਂਦਾ, ਇਹ ਵੀ ਆਉਂਦਾ, ਬਟ ਉੱਥੇ ਐਗਜ਼ਾਮ ਦਾ ਪ੍ਰੈਸ਼ਰ ਹੀ ਇਹੋ ਜਿਹਾ ਹੁੰਦਾ ਕਿ ਆਪਾਂ ਸਿੰਪਲ ਤੋਂ ਸਿੰਪਲ ਕੁਐਸਚਨ ਵੀ ਆਪਾਂ ਗਲਤ ਕਰਦੇ ਹਾਂ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਅਫਰੀਕਾ ਜਿਹੜਾ ਮਹਾਂਦੀਪ ਹੈ, ਠੀਕ ਹੈ। ਅਫਰੀਕਾ ਜਿਹੜਾ ਮਹਾਂਦੀਪ ਹੈ, ਇੱਥੋਂ ਕਰਕ ਰੇਖਾ ਅਤੇ ਮਕਰ ਰੇਖਾ ਲੰਘਦੀਆਂ ਨੇ ਦੋਨੋਂ, ਠੀਕ ਹੈ। ਤਾਂ ਇੱਥੋਂ ਦੋਨੋਂ ਰੇਖਾਵਾਂ ਲੰਘਦੀਆਂ, ਕਰਕ ਰੇਖਾ ਅਤੇ ਮਕਰ ਰੇਖਾ, ਜਿਹਨੂੰ ਆਪਾਂ ਟ੍ਰੋਪਿਕ ਆਫ ਕੈਂਸਰ ਅਤੇ ਟ੍ਰੋਪਿਕ ਆਫ ਕੈਪਰੀਕੋਨ ਕਹਿੰਦੇ ਹਾਂ, ਠੀਕ ਹੈ। ਇਹ ਕਿੱਥੋਂ ਲੰਘਦੀਆਂ ਨੇ? ਅਫਰੀਕਾ ਮਹਾਂਦੀਪ ਦੇ ਵਿੱਚੋਂ, ਠੀਕ ਹੈ। ਇਹ ਤੁਸੀਂ ਯਾਦ ਕਰ ਲਿਓ, ਐਗਜ਼ੈਕਟ ਇਹ ਕੁਐਸਚਨ ਤੁਹਾਨੂੰ ਪੁੱਛ ਸਕਦੇ ਆ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਵਿਸ਼ਵ ਦੇ 2 ਛੋਟੇ ਮਹਾਂਦੀਪ ਕਿਹੜੇ ਹਨ? ਦੀ ਟੂ ਸਮਾਲ ਕੰਟੀਨੈਂਟ ਆਫ ਦੀ ਵਰਲਡ ਆਰ, ਆਸਟ੍ਰੇਲੀਆ ਅਤੇ ਯੂਰਪ, ਆਸਟ੍ਰੇਲੀਆ ਅਤੇ ਏਸ਼ੀਆ, ਅੰਟਾਰਕਟਿਕਾ ਅਤੇ ਯੂਰਪ ਅਤੇ ਅਫਰੀਕਾ, ਠੀਕ ਹੈ। ਤਾਂ ਇਹ ਦੇਖ ਲਓ, ਜੇ ਤੁਹਾਨੂੰ ਇਹੋ ਜਿਹਾ ਕੁਐਸਚਨ ਆ ਗਿਆ ਤਾਂ ਤੁਸੀਂ 100% ਗਲਤ ਕਰਕੇ ਆਉਂਗੇ ਇਹ ਕੁਐਸਚਨ ਨੂੰ, ਠੀਕ ਹੈ ਜੀ। ਹੈਗਾ ਇਹ ਸਿੰਪਲ ਹੈ, ਬਟ ਇਹ ਜਦੋਂ ਤੁਸੀਂ ਇਹਨੂੰ ਮਤਲਬ ਤੁਹਾਨੂੰ ਪਤਾ ਹੈ ਕਿ ਹਾਂ ਆਸਟ੍ਰੇਲੀਆ ਛੋਟਾ ਕੰਟੀਨੈਂਟ ਹੈ, ਬਟ ਆਸਟ੍ਰੇਲੀਆ ਵਾਲੇ ਇੱਥੇ 2 ਆਪਸ਼ਨ ਨੇ ਆਪਣੇ ਕੋਲ, ਠੀਕ ਹੈ। ਤਾਂ ਇੱਥੇ ਆਪਾਂ ਉਲਝ ਜਾਵਾਂਗੇ, ਇੱਥੇ ਆਪਾਂ ਗਲਤ ਕਰਨ ਦੀ ਆਪਣੀ 100% ਸੰਭਾਵਨਾ ਬਣ ਜੂ, ਠੀਕ ਹੈ ਜੀ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ, ਕੁਐਸਚਨ ਨੂੰ ਕਿਸੇ ਨੂੰ ਵੀ ਈਜ਼ੀ ਨਾ ਸਮਝਿਆ ਕਰੋ, ਰਿਵੀਜ਼ਨ ਬਹੁਤ ਜ਼ਰੂਰੀ ਹੈ। ਜੇ ਰਿਵੀਜ਼ਨ ਕਰੋਗੇ ਤਾਂ ਸਾਰੇ ਕੁਐਸਚਨ ਹੀ ਤੁਹਾਡੇ ਲਈ ਸੌਖੇ ਨੇ, ਜੇ ਰਿਵੀਜ਼ਨ ਨਹੀਂ ਕਰੋਗੇ ਤਾਂ ਸਾਰੇ ਕੁਐਸਚਨ ਔਖੇ ਨੇ, ਠੀਕ ਹੈ ਜੀ। ਤਾਂ ਇਹ ਆਪਣੇ ਸੈਸ਼ਨ ਦਾ ਲਾਸਟ ਕੁਐਸਚਨ ਹੈ। ਵੀਡੀਓ ਨੂੰ 2-3 ਵਾਰੀ ਰਿਵਾਈਜ਼ ਕਰ ਲਿਓ ਤਾਂ ਕਿ ਸਾਰੇ ਕੁਐਸਚਨ ਤੁਹਾਡੇ ਚੰਗੇ ਤਰੀਕੇ ਨਾਲ ਯਾਦ ਹੋ ਜਾਣ। ਤਾਂ 2 ਛੋਟੇ ਮਹਾਂਦੀਪ ਦੱਸਣੇ ਆ, ਠੀਕ ਹੈ, ਕਿਹੜੇ ਨੇ? ਇਹ ਕੁਐਸਚਨ ਤੁਹਾਨੂੰ ਡਾਇਰੈਕਟ ਦੇਖਣ ਨੂੰ ਮਿਲ ਸਕਦਾ ਹੈ ਪੇਪਰ ਦੇ ਵਿੱਚ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਆਸਟ੍ਰੇਲੀਆ ਅਤੇ ਯੂਰਪ, ਠੀਕ ਹੈ ਜੀ। ਯੂਰਪ ਵੀ ਛੋਟਾ ਮਹਾਂਦੀਪ ਹੀ ਹੈ, ਠੀਕ ਹੈ, ਜ਼ਿਆਦਾ ਵੱਡਾ ਨਹੀਂ ਹੈਗਾ। ਤਾਂ ਇਹ ਮਹਾਂਦੀਪ ਦੀ ਗੱਲ ਹੋ ਰਹੀ ਹੈ, ਠੀਕ ਹੈ, ਦੇਸ਼ਾਂ ਦੀ ਗੱਲ ਨਹੀਂ ਹੋ ਰਹੀ। ਤਾਂ ਆਸਟ੍ਰੇਲੀਆ ਅਤੇ ਯੂਰਪ ਇਹ 2 ਛੋਟੇ ਮਹਾਂਦੀਪ ਹੈ ਆਪਣੇ, ਇਹ ਯਾਦ ਰੱਖਿਓ, ਆਸਟ੍ਰੇਲੀਆ ਅਤੇ ਯੂਰਪ, ਠੀਕ ਹੈ ਜੀ। ਇਹ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਆਪਾਂ ਇੱਥੇ ਹੀ ਕੰਪਲੀਟ ਕਰਦੇ ਹਾਂ। ਅੱਜ ਤੁਹਾਡੇ ਸਾਰਾ ਇਹ ਆਪਾਂ ਟੌਪਿਕ ਕਲੀਅਰ ਕਰਵਾਤਾ। ਇਹਦੇ ਵਿੱਚੋਂ ਇਸ ਤੋਂ ਬਾਹਰ ਤੁਹਾਨੂੰ ਇੱਕ ਵੀ ਕੁਐਸਚਨ ਨਹੀਂ ਆਊਗਾ, ਠੀਕ ਹੈ ਜੀ, ਇਹ ਚੀਜ਼ ਦੀ ਗਰੰਟੀ ਹੈ। ਤਾਂ ਇਹਨੂੰ 2-3 ਵਾਰੀ ਰਿਵਾਈਜ਼ ਕਰ ਲਿਓ, ਨੋਟਸ ਆਪਣੇ ਖੁਦ ਬਣਾਓ, ਠੀਕ ਹੈ। 2-3 ਵਾਰੀ ਇਹਨੂੰ ਤਾਂ ਰਿਵਾਈਜ਼ ਕਰ ਲਿਓ, ਮਤਲਬ ਸੁਣਨਾ ਤੁਹਾਡੇ ਵਧੀਆ ਯਾਦ ਹੋ ਜਾਂਦਾ ਹਰ ਇੱਕ ਚੀਜ਼, ਠੀਕ ਹੈ। ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ। ਜੇ ਵੀਡੀਓ ਚੰਗੀਆਂ ਲੱਗਦੀਆਂ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਕਿਉਂਕਿ ਆਪਾਂ ਤੁਹਾਡੇ ਲਈ ਬਹੁਤ ਮਿਹਨਤ ਦੇ ਨਾਲ ਅਤੇ ਬਹੁਤ ਵਧੀਆ ਵਧੀਆ ਕੰਟੈਂਟ ਲੈ ਕੇ ਆਵਾਂਗੇ ਤਾਂ ਕਿ ਤੁਹਾਨੂੰ ਪੇਪਰ ਦੇ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਤੁਸੀਂ ਆਪਣੇ ਸੈਸ਼ਨ ਲਗਾ ਕੇ ਪੇਪਰ ਨੂੰ ਈਜ਼ੀਲੀ ਕਰੈਕ ਕਰ ਸਕੋ, ਠੀਕ ਹੈ ਜੀ। ਤਾਂ ਲਾਈਕ ਕਰਨ ਦਾ ਇਹ ਹੈ ਕਿ ਲਾਈਕ ਜ਼ਰੂਰ ਕਰ ਦਿਆ ਕਰੋ, ਲਾਈਕ ਨਾਲ ਸਾਨੂੰ ਐਪਰੀਸੀਏਸ਼ਨ ਮਿਲ ਜਾਂਦੀ ਹੈ, ਸਾਨੂੰ ਕੰਮ ਕਰਨ ਦਾ ਹੌਸਲਾ ਮਿਲਦਾ, ਠੀਕ ਹੈ ਜੀ। ਤਾਂ ਤੁਹਾਡੇ ਇੱਕ ਲਾਈਕ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ, ਠੀਕ ਹੈ ਜੀ। ਤਾਂ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਅਤੇ ਅੱਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਫਾਇਦਾ ਹੋ ਸਕੇ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।